ਦੋਸਤੋ, ਮੈਂ ਪਹਿਲਾਂ ਤਾਂ ਰਿਸਰਚ ਸਕਾਲਰ ਐਸੋਸੀਏਸ਼ਨ ਨੂੰ ਮੁਬਾਰਕ ਦਿੰਦਾ ਕਿਉਂਕਿ 87-88 ਦੇ ਵਿੱਚ ਜਿਹੜੀ ਪੰਜਾਬੀ ਯੂਨੀਵਰਸਿਟੀ ਦੀ ਰਿਸਰਚ ਸਕਾਲਰ ਐਸੋਸੀਏਸ਼ਨ ਸੀ ਉਹਨੂੰ ਅਸੀਂ ਚਲਾਉਂਦੇ ਰਹੇ ਹਾਂ। ਕੋਸ਼ਿਸ਼ ਉਦੋਂ ਕਰਦੇ ਰਹੇ ਸੀ ਆਪਣੇ ਵੱਲੋਂ ਕਿ ਇੱਦਾਂ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ ਜਾਵੇ। ਦੋ ਸਪੀਕਰ ਬੋਲੇ ਹੈ, ਉਹਨਾਂ ਨੇ ਕ੍ਰਾਈਸਿਸ ਦਾ ਕਾਰਨ ਕੀ ਹੈ ਉਹਦੇ ਬਾਰੇ ਗੱਲ ਕੀਤੀ। मैं एक दो नुकते होर उठाना चाहना क्योंकि मैं रैगूलर अखबार चलाना है, इन्हां मुद्दों नाल रैगूलरली जुड़िया रहना है। मैं वो गल्लां नहीं करूँगा जिहड़ियां उन्होंने कीतियां। मेरे विचार भी शायद उन्हां नालों थोड़े जे हट के है। विहारक तौर पर मैं 3 साल खेती कराउंदा रहा, साडा परिवारक धंधा जिहड़ा हॉर्टीकल्चर दा, बाग वगैरह दा। इस करके कुछ नुकते वो है जिहड़े अज अंतरराष्ट्रीय परसपैक्टिव दे विच सोचण वाले है। ਅਸੀਂ ਥੋੜ੍ਹਾ ਜਿਹਾ ਸਟੀਰੀਓਟਾਈਪ ਤੋਂ ਹਟ ਕੇ ਸੋਚਣਾ ਸ਼ੁਰੂ ਕਰੀਏ, ਜਿਹੜਾ ਬਹੁਤ ਮਹੱਤਵਪੂਰਨ ਜਾਂ ਜ਼ਰੂਰੀ ਹੈ। ਉਹ ਇਹ ਹੈ ਕਿ ਕੀ ਅਸੀਂ ਝੋਨੇ ਦੀ ਖੇਤੀ ਘੱਟ ਕਰ ਸਕਦੇ ਹਾਂ ਜਾਂ ਸਾਨੂੰ ਇਸ ਸਟੇਜ 'ਤੇ ਕਰਨੀ ਚਾਹੀਦੀ ਹੈ। ਪਿਛਲੇ ਦਿਨਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਦੀ ਰਿਪੋਰਟ ਆਈ, 124 ਮੁਲਕ ਹੰਗਰ ਇੰਡੈਕਸ ਦੇ ਵਿੱਚ ਥੱਲੇ ਜਾ ਰਹੇ ਹੈ। ਮਤਲਬ ਕਹਿਣ ਤੋਂ ਇਹ ਕਿ ਭੁੱਖਮਰੀ ਦਾ ਸ਼ਿਕਾਰ ਹੋਣ ਵੱਲ ਜਾ ਰਹੇ ਹੈ। ਹੁਣ ਤੱਕ ਅਸੀਂ ਕੀ ਕੀਤਾ, ਗ੍ਰੀਨ ਰੈਵੋਲੂਸ਼ਨ ਦਾ ਸੰਤਾਪ ਹੈ ਜਿਹੜਾ ਉਹਨੂੰ ਹੰਢਾਇਆ। ਹੁਣ ਸਾਨੂੰ ਉਮੀਦ ਬਣੀ ਸੀ ਕਿ ਸਾਡੇ ਭੋਜਨ ਦਾ, ਸਾਡੇ ਅਨਾਜ ਦਾ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਮੁੱਲ ਪਊਗਾ। ਜੇ ਅਸੀਂ ਹੁਣ ਇਸ ਤੋਂ ਪਿੱਛੇ ਹਟਾਂਗੇ ਤਾਂ ਸਾਡੀ ਸਟੇਟ ਦਾ ਆਰਥਿਕ ਕ੍ਰਾਈਸਿਸ ਹੈ ਜਿਹੜਾ ਉਹ ਹੋਰ ਗਹਿਰਾ ਜੂਗਾ। ਜੇ ਇਹ ਮਸਲਾ ਹੈ ਅਸੀਂ ਉਸ ਤੋਂ ਪਿੱਛੇ ਨਹੀਂ ਹਟਣਾ ਤਾਂ ਫਿਰ ਅਸੀਂ ਉਹ ਮਸਲੇ ਦਾ ਹੱਲ ਕਿਵੇਂ ਕਰੀਏ, ਆਪਾਂ ਇਹਦੇ ਬਾਰੇ ਗੱਲ ਕਰਾਂਗੇ। दूसरी गल असी ये करते हैं कि हर विकसित मुल्क दे विच जिहड़ियां यूनीवर्सिटियां जिथे तुसीं बैठे हुए हो वो हमेशा ही एक्टिव रिसर्च दे नाल जुड़ियां होईयां। पिछले दिनां दे विच कोविड आया, जदों कोविड दी वैक्सीन बननी सी तां सारे लोकां नूं ये सी कि असीं हुण मरण दे किनारे पहुंचे होए हैं, इहदा हल कौन लभूगा। तुहानूं याद होना है कि कैंब्रिज ते एक्सफोर्ड यूनीवर्सिटी इंग्लैंड दीयां वैक्सीन दे उपर काम कर रहीआं सी। कहण तो मतलब ये है कि जो कोई स्टेट, कोई नेशन, लोग क्राइसिस दे विच हुंदे है तो उस क्राइसिस का हल यूनीवर्सिटियां ने लभना हुंदा है, उहदे बारे गल करांगे। तीसरी गल डी इंडस्ट्रीलाइजेशन की करनी है। साडे लगातार अनएम्पलॉयमेंट वध रही है, लगातार असीं इंपलॉयमेंट दे विच पछड़ रहे हैं। जे साडे इंडस्ट्री किसी भी किस्म की नहीं आऊगी तो साडे अनएम्पलॉयमेंट का रेट होर ज़्यादा वधूगा। ਜਿਹੜੇ उस करके क्राइसिस आने हैं, चाहे मत्तेवाल वाला क्राइसिस है, चाहे होर क्राइसिस है, उन्होंने मैनेज किमें करना, मसला इस दा है। चौथी गल, साढ़े अज तक 4600 करोड़ रुपया सैंक्शन होया पिया है कि न्यूक्लीयर पावर प्लांट है जिहड़ा पंजाब दे विच लगना है। उहदे लई जगह जगह ते ज़मीन देखी जा रही है, नहीं लग्या। बहुत सारे विकसित मुल्कां दे विच लग्या है। जिहड़ा उहदा वेस्ट है वो पानी दी वेस्ट नालों किते ज़्यादा खतरनाक है। ਜਿਹੜੇ ਡਿਵੈਲਪ ਨੇਸ਼ਨਸ ਹੈ ਉਹਨਾਂ ਨੇ ਉਹਨੂੰ ਕਿਵੇਂ ਮੈਨੇਜ ਕੀਤਾ, ਸੋਚਣ ਵਾਲੀ ਗੱਲ ਇਹ ਹੈ। ਹੁਣ ਮੈਂ ਪਹਿਲੀ ਗੱਲ ਤੋਂ ਸ਼ੁਰੂ ਕਰਦਾ ਜਿਹੜੀ ਅਸੀਂ ਵਾਟਰ ਰਿਸੋਰਸ ਮੈਨੇਜਮੈਂਟ ਦੀ ਕਰਦੇ ਹਾਂ। ਹਿੰਦੁਸਤਾਨ ਦੇ ਅਖਬਾਰਾਂ ਵਿੱਚ ਅੱਜ ਤੁਸੀਂ ਖਬਰਾਂ ਦੇਖ ਰਹੇ ਹੋ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ। ਤਕਰੀਬਨ ਹਰ ਸਟੇਟ ਦੇ ਵਿੱਚ ਹੜ੍ਹ ਆਇਆ ਹੋਇਆ, ਪਾਣੀ ਨਾਲ ਲੋਕ ਡੁੱਬਦੇ ਦਿਖਾਏ ਜਾਂਦੇ ਆ, ਪੁਲ ਟੁੱਟ ਰਹੇ ਹੈ। ਕਿਤੇ ਕਿਹਾ ਜਾਂਦਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਪੁਲ ਸੀ, ਇਹ ਹੁਣ ਤੱਕ ਚੱਲ ਰਿਹਾ ਹੈ। ਇਹਦਾ ਮਤਲਬ ਇਹ ਹੋਇਆ ਕਿ ਸਾਡੇ ਕੋਲੇ ਵਾਟਰ ਰਿਸੋਰਸ ਇਨ ਅਬੰਡੈਂਸ ਹੈ, ਬਹੁਤਾਤ ਦੇ ਵਿੱਚ ਹੈ ਸਾਡੇ ਕੋਲੇ ਵਾਟਰ ਰਿਸੋਰਸ। ਜਦੋਂ ਹੋਰ 3 ਮਹੀਨੇ ਲੰਘਣਗੇ ਤੁਹਾਨੂੰ ਖਬਰਾਂ ਇਸ ਕਿਸਮ ਦੀਆਂ ਦਿਸਣਗੀਆਂ ਕਿ 500 ਲੋਕ ਇੱਕ ਖੂਹ ਦੇ ਵਿੱਚ ਬਾਲਟੀਆਂ ਲਟਕਾਈ ਬੈਠੇ ਆ, ਕਹਿੰਦੇ ਪੀਣ ਲਈ ਤਿੱਪ ਵੀ ਪਾਣੀ ਹੈ ਨਹੀਂ। ਇਹਦਾ ਮਤਲਬ ਇਹ ਹੋਇਆ ਕਿ ਜੋ ਰਿਸੋਰਸ ਸਾਡੇ ਕੋਲੇ 3 ਮਹੀਨੇ ਪਹਿਲਾਂ ਬਹੁਤਾਤ ਦੇ ਵਿੱਚ ਸੀ, ਅਸੀਂ ਉਹਨੂੰ ਅਗਲੇ 3 ਮਹੀਨਿਆਂ ਤੱਕ ਸਟੋਰ ਕਰਕੇ ਨਹੀਂ ਰੱਖ ਸਕੇ। ਉਦੋਂ ਉਹ ਖੁਸ਼ਕੀ ਦਾ ਸ਼ਿਕਾਰ ਹੋ ਜਾਂਦੇ ਆ। ਰਾਜਸਥਾਨ ਦੇ ਵਿੱਚ ਤੁਸੀਂ ਸੁਣਿਆ ਹੋਣਾ, ਹੁਣ ਬਹੁਤ ਸਾਰੀ ਜਗ੍ਹਾ 'ਤੇ ਹੜ੍ਹ ਆਏ ਹੋਏ ਆ, ਹੁਣ ਉੱਥੇ ਪਾਣੀ ਨਹੀਂ ਹੈਗਾ। ਸਮਾਣੇ ਵੱਲ ਦੇ, ਪਾਤੜਾਂ ਵੱਲ ਦੇ ਤੁਹਾਡੇ 'ਚੋਂ ਬਹੁਤ ਸਾਰੇ ਵਿਦਿਆਰਥੀ ਹੋਣਗੇ। ਘੱਗਰ ਦਰਿਆ ਦੇ ਵਿੱਚ ਪਾਣੀ ਆਉਂਦਾ ਹੈ, 2-3 ਮਹੀਨਿਆਂ ਲਈ ਫਸਲ ਮਾਰ ਕੇ ਚਲਾ ਜਾਂਦਾ ਹੈ, ਉਸ ਤੋਂ ਬਾਅਦ ਸਾਰਾ ਸਾਲ ਉਹ ਦਰਿਆ ਖੁਸ਼ਕ ਰਹਿੰਦਾ ਹੈ। ਹਰਿਆਣਾ ਸਾਡੇ ਨਾਲ ਇਸ ਗੱਲ 'ਤੇ ਲੜਾਈ ਕਰ ਰਿਹਾ ਹੈ ਕਿ ਸਾਨੂੰ ਪਾਣੀ ਉਹ ਦਿਓ ਜਿਹੜਾ ਤੁਸੀਂ ਕੰਟਰੋਲ ਕੀਤਾ ਹੋਇਆ। ਕੀ ਹੁਣ ਤੱਕ ਇਸ 'ਤੇ ਨਹੀਂ ਗੱਲ ਹੋਣੀ ਚਾਹੀਦੀ ਸੀ? ਜਿਹੜਾ ਅਨਕੰਟਰੋਲਡ ਵਾਟਰ ਵੇਸਟ ਹੋ ਜਾਂਦਾ ਹੈ, ਲੋਕਾਂ ਦੀ ਫਸਲ ਨੂੰ ਮਾਰਦਾ ਹੈ, ਉਹਨੂੰ ਮੈਨੇਜ ਕਰ ਲਈਏ।
ਜਿੰਨੇ ਪੈਸੇ ਲਾ ਕੇ ਘੱਗਰ ਦੇ ਉੱਪਰ ਇਹ ਨਹਿਰ ਬਣਾਉਣ ਤੇ ਜ਼ਮੀਨ ਖਰਾਬ ਕੀਤੀ ਹੈ, ਉਸ ਤੋਂ ਅੱਧੀ ਜ਼ਮੀਨ ਦੇ ਨਾਲ ਕਿੰਨੇ ਬੰਨ੍ਹ ਬਣ ਸਕਦੇ ਸੀ, ਉਹਨਾਂ ਦੇ ਵਿੱਚੋਂ ਕਿੰਨਾ ਪਾਣੀ ਸਟੋਰ ਕੀਤਾ ਜਾ ਸਕਦਾ ਸੀ। ਤਕਰੀਬਨ ਹਰਿਆਣੇ ਦੇ ਬਾਰਡਰ ਦੇ ਉੱਪਰ ਉਹ ਦਰਿਆ ਵਗਦਾ ਹੈ, ਉਸ ਦਰਿਆ ਦੇ ਪਾਣੀ ਨੂੰ ਅਸੀਂ ਸੰਭਾਲ ਸਕਦੇ ਸੀ। ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਆਊਟ ਆਫ ਬਾਕਸ ਜਾ ਕੇ ਸੋਚਣ ਦੀ ਲੋੜ ਹੈ। ਦੂਸਰੀ ਗੱਲ ਮੈਂ ਕਰੀ ਹੈ ਕਿ ਝੋਨੇ ਦਾ ਰਕਬਾ ਘੱਟ ਹੋਣਾ ਚਾਹੀਦਾ। ਮੈਂ ਬਠਿੰਡਾ ਦੇ ਇਲਾਕੇ ਤੋਂ ਆਇਆ ਹੋਇਆ। ਜਦੋਂ ਮੈਂ 40 ਸਾਲ ਪਹਿਲਾਂ ਉਹ ਇਲਾਕਾ ਛੱਡ ਕੇ ਆਇਆ ਸੀ, ਰੇਤਲਾ ਇਲਾਕਾ ਸੀ, ਝੋਨਾ ਨਹੀਂ ਬੀਜਿਆ ਜਾਂਦਾ ਸੀ, ਕੇਵਲ ਨਰਮੇ ਦੀ ਫਸਲ ਹੁੰਦੀ ਸੀ ਜਾਂ ਕਣਕ ਹੁੰਦੀ ਸੀ। ਜਦੋਂ ਜ਼ਿਆਦਾ ਬਰਸਾਤ ਹੁੰਦੀ ਸੀ ਤਾਂ ਕਈ ਜਗ੍ਹਾ ਤੋਂ ਖੇਤਾਂ ਦੇ ਵਿੱਚ ਆਪਣੇ ਆਪ ਧਰਤੀ ਗਰਕ ਜਾਂਦੀ ਸੀ ਅਤੇ ਥੱਲੇ 2-3 ਫੁੱਟ ਦਾ ਇੱਕ ਟੋਆ ਪੈ ਜਾਂਦਾ ਸੀ, ਉਹਨੂੰ ਕੁਹਾਰ ਕਿਹਾ ਜਾਂਦਾ ਸੀ ਉੱਧਰਲੀ ਭਾਸ਼ਾ ਦੇ ਵਿੱਚ। ਅੱਜ ਕੁਹਾਰਾਂ ਕਿਉਂ ਨਹੀਂ ਪੈਂਦੀਆਂ? ਉਹ ਇਸ ਕਰਕੇ ਨਹੀਂ ਪੈਂਦੀਆਂ, ਤੁਸੀਂ ਸਾਰੇ ਇਹਦੇ ਤੋਂ ਅਵੇਅਰ ਹੋ ਕਿ ਅਸੀਂ ਥੱਲੇ ਵਾਟਰ ਸੀਪੇਜ ਬੰਦ ਕਰਤੀ। ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ 4 ਫੁੱਟ ਦਾ ਇੱਕ ਖੂਹ ਲਾਈਏ, ਪਾਣੀ ਉੱਥੋਂ ਦੀ ਥੱਲੇ ਜਾਵੇ। ਉਹਨਾਂ ਖੂਹਾਂ ਨਾਲ ਪਾਣੀ ਥੱਲੇ ਜਾ ਕੇ ਵਾਟਰ ਲੈਵਲ ਉੱਪਰ ਨਹੀਂ ਹੋਣਾ। ਇਹ ਤੁਹਾਨੂੰ ਝੋਨਾ ਲਾਉਣ ਦੀ ਟੈਕਨੀਕ ਬਦਲਣੀ ਪਊਗੀ। ਤੁਹਾਨੂੰ ਜਿਹੜਾ ਉੱਪਰਲੇ ਪਾਸੇ ਤੁਸੀਂ ਵਾਟਰ ਸੀਪੇਜ ਦਾ ਬਲੌਕ ਕੀਤਾ ਹੋਇਆ ਰਸਤਾ, ਉਹਨੂੰ ਖੋਲ੍ਹਣਾ ਪਊਗਾ। ਜਿਹੜੀ ਡਾਇਰੈਕਟ ਸੋਇੰਗ ਹੈ, ਡਾਇਰੈਕਟ ਇਰੀਗੇਸ਼ਨ ਹੈ ਝੋਨੇ ਦੀ, ਪਾਣੀ ਨਾ ਖੜਾਉਣਾ ਪਵੇ, ਉਹਨਾਂ ਟੈਕਨੀਕਸ ਨੂੰ ਡਿਵੈਲਪ ਕਰਨਾ ਪਊਗਾ। ਹੁਣ ਆਪਾਂ ਗੱਲ ਕਰਦੇ ਹਾਂ ਤੀਸਰੀ, ਐਜੂਕੇਟ ਕਿਵੇਂ ਕਰੀਏ। ਸਾਡੀ ਸਟੇਟ ਦੇ ਵਿੱਚ ਵਾਟਰ ਕ੍ਰਾਈਸਿਸ ਤੇ ਐਗਰੀਕਲਚਰ ਦੋ ਪ੍ਰਮੁੱਖ ਮੁੱਦੇ ਆ। ਸਾਡੀ ਸਟੇਟ ਦੀ ਸਾਰੀ ਆਰਥਿਕਤਾ, ਇੰਪਲੋਇਮੈਂਟ ਇਹਨਾਂ ਦੋਨਾਂ ਮੁੱਦਿਆਂ ਤੇ ਟਿਕੀ ਹੋਈ ਹੈ। ਸਾਡੇ ਇੱਕ ਵੀ ਕਾਲਜ ਦੇ ਵਿੱਚ ਬੀਟੈਕ ਜਾਂ ਇਸ ਕਿਸਮ ਦਾ ਕੋਈ ਵੀ ਕੋਰਸ ਵਾਟਰ ਰਿਸੋਰਸ ਮੈਨੇਜਮੈਂਟ ਦਾ ਅੱਜ ਤੱਕ ਨਹੀਂ ਕਰਾਇਆ ਜਾਂਦਾ। ਕਿਉਂ ਨਹੀਂ ਕਰਾਇਆ ਜਾਂਦਾ? ਅਸੀਂ ਉਹ ਕੋਰਸਾਂ 'ਤੇ ਸਾਰਾ ਜ਼ੋਰ ਲਾਇਆ ਹੋਇਆ ਹੈ ਜਿਨ੍ਹਾਂ ਕੋਰਸਾਂ ਦੇ ਵਿੱਚ ਅੱਜ ਇੰਪਲੋਇਮੈਂਟ ਹੈ ਨਹੀਂ। ਜਿਨ੍ਹਾਂ ਕੋਰਸਾਂ ਦੀ ਸਾਡੀ ਸਟੇਟ ਨੂੰ ਲੋੜ ਹੈ ਉਸ ਦੇ ਉੱਪਰ ਰਿਸਰਚ ਹੋ ਰਹੀ ਹੈ। ਬਠਿੰਡੇ ਦੇ ਵਿੱਚ ਅੱਜ ਵੀ ਪਿਛਲੇ ਹਫਤੇ ਦੀ ਨਿਊਜ਼ ਹੈ, ਨਰਮੇ ਨੂੰ ਵਾਹਿਆ ਜਾ ਰਿਹਾ ਸੀ ਕਿ ਲਾਲ ਸੁੰਡੀ ਨਰਮੇ ਨੂੰ ਖਾ ਗਈ। ਤੁਹਾਡੇ ਇੱਥੇ ਸ਼ਾਇਦ ਬੋਟਨੀ ਜਿਓਲੋਜੀ ਦੇ ਕੁਝ ਸਟੂਡੈਂਟ ਹੋਣ। ਜਦੋਂ ਇਹ PhD ਦੀ ਰਿਸਰਚ ਕਰਦੇ ਆ, ਮੈਂ ਇੱਥੇ ਰਿਸਰਚ ਸਕਾਲਰ ਰਿਹਾ, ਐਸੋਸੀਏਸ਼ਨ ਦਾ ਮੈਂਬਰ ਰਿਹਾ। ਇਹ ਕੀੜੇ ਪਤੰਗੇ ਜਿਨ੍ਹਾਂ 'ਤੇ ਰਿਸਰਚ ਕਰਦੇ ਆ ਕਿੱਥੋਂ ਫੜ ਕੇ ਲੈ ਕੇ ਆਉਂਦੇ ਆ? ਨੈਨੀਤਾਲ ਤੋਂ। ਕੀ ਸਾਡੇ ਕੀੜੇ ਪਤੰਗੇ ਜਿਹੜੇ ਬਠਿੰਡੇ ਦੇ ਵਿੱਚ ਚਿੱਟੀ ਸੁੰਡੀ ਜਾਂ ਲਾਲ ਸੁੰਡੀ ਝੋਨੇ ਨੂੰ ਖਾ ਰਹੀ ਹੈ, ਚੇਪਾ ਕਣਕਾਂ ਨੂੰ ਖਾ ਰਿਹਾ ਹੈ, ਉਸ ਦੇ ਉੱਪਰ ਰਿਸਰਚ ਨਹੀਂ ਕਰਨੀ ਚਾਹੀਦੀ? ਕਿਉਂ ਨਹੀਂ ਅਸੀਂ ਆਪਣੀਆਂ ਉਹਨਾਂ ਚੀਜ਼ਾਂ 'ਤੇ ਰਿਸਰਚ ਕਰਦੇ ਜਿਨ੍ਹਾਂ ਦਾ ਸਾਡਾ ਕ੍ਰਾਈਸਿਸ ਹੈ? ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਥਰਸਟ ਜਾਂ ਗ੍ਰੇ ਏਰੀਆ ਹਰ ਸਾਲ ਕਿਉਂ ਨਹੀਂ ਡਿਫਾਈਨ ਕੀਤਾ ਜਾਂਦਾ ਕਿ ਸਾਡੇ ਅੱਜ ਦੇ ਮੌਕੇ ਦੇ ਵਿੱਚ ਆਹ ਸਾਡੇ ਗ੍ਰੇ ਏਰੀਆ, ਇਹਨਾਂ 'ਤੇ ਖੋਜ ਹੋਣੀ ਚਾਹੀਦੀ ਹੈ। ਕਿੰਨੇ ਸਾਡੇ ਰਿਸਰਚਰਸ ਨੂੰ ਯੂਨੀਵਰਸਿਟੀਆਂ ਇਸ ਤਰ੍ਹਾਂ ਦਾ PhD ਦਾ ਟੌਪਿਕ ਦਿੰਦੀਆਂ ਹੈ ਕਿ ਤੁਸੀਂ ਵਾਟਰ ਰਿਸੋਰਸ ਮੈਨੇਜਮੈਂਟ ਦੇ ਉੱਪਰ ਕੰਮ ਕਰੋ, ਵਾਟਰ ਇਰੀਗੇਸ਼ਨ ਦੇ ਉੱਪਰ ਕੰਮ ਕਰੋ, ਵਾਟਰ ਸੀਪੇਜ ਦੇ ਉੱਪਰ ਕੰਮ ਕਰੋ, ਵਾਟਰ ਪਿਉਰੀਫਿਕੇਸ਼ਨ ਦੇ ਉੱਪਰ ਕੰਮ ਕਰੋ। ਹੁਣ ਮੈਂ ਲਾਸਟ ਗੱਲ ਕਰਦਾ, ਬੁੱਢੇ ਨਾਲੇ ਦਾ ਅਕਸਰ ਜ਼ਿਕਰ ਆਉਂਦਾ, ਵੱਡੇ ਪੱਧਰ 'ਤੇ ਉਹਦਾ ਪ੍ਰਚਾਰ ਕੀਤਾ ਜਾਂਦਾ ਹੈ। ਜੇ ਤੁਸੀਂ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚੋਂ ਨਿਕਲਣ ਵਾਲੀ ਨਿਊਕਲੀਅਰ ਵੇਸਟ ਦਾ ਇੱਕ ਡ੍ਰੌਪ ਵੀ ਬਾਹਰ ਨਹੀਂ ਡਿੱਗਣ ਦਿੰਦੇ ਤਾਂ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦੀ, ਐਡਮਿਨਿਸਟ੍ਰੇਸ਼ਨ ਦੀ ਬਦ ਦਿਆਨਤਦਾਰੀ ਹੈ। ਜੇ ਸਾਡੇ ਬੰਦੇ ਜਿਹੜੇ ਕੰਟਰੋਲ ਕਰਨ ਵਾਲੇ ਆ ਉਹਨਾਂ ਦੀ ਸਖਤੀ ਹੋਵੇ, ਇੱਕ ਡ੍ਰੌਪ ਵੀ ਪਾਣੀ ਦਾ ਬਾਹਰ ਨਹੀਂ ਡਿੱਗਣਾ ਚਾਹੀਦਾ ਜਿਹੜਾ ਗੰਦਾ ਹੋਇਆ ਹੋਇਆ, ਨਾ ਜ਼ਮੀਨ ਦੇ ਵਿੱਚ ਜਾਣਾ ਚਾਹੀਦਾ ਹੈ। ਸਾਡੇ ਜਿਹੜੇ ਇੰਜੀਨੀਅਰਿੰਗ ਕਾਲਜ ਆ ਉਹਨਾਂ ਨੂੰ ਟੈਕਨੋਲੋਜੀ ਡਿਵੈਲਪ ਕਰਨੀ ਚਾਹੀਦੀ ਹੈ ਕਿ ਬਿਲਕੁਲ ਡਰਾਈ ਕਰ ਦੇਣ ਜਿਹੜਾ ਵੀ ਉਹਦੇ ਵਿੱਚ ਵੇਸਟ ਮਟੀਰੀਅਲ ਹੈ, ਜਿਹੜਾ ਪਾਣੀ ਬਾਹਰ ਜਾਵੇ ਉਹ ਕੰਜ਼ਿਊਮੇਬਲ ਹੋਵੇ। ਇਸ ਕਰਕੇ ਇਹ ਸਾਡੇ ਡੀ-ਇੰਡਸਟਰੀਲਾਈਜੇਸ਼ਨ ਨਾਲ ਅਸੀਂ ਤਬਾਹ ਹੋਵਾਂਗੇ, ਪਹਿਲਾਂ ਵੀ ਹੋ ਰਹੇ ਹਾਂ। ਅਸੀਂ ਟੈਕਨੋਲੋਜੀ 'ਚ ਪੂਅਰ ਹੈ, ਇਹਨੂੰ ਮੰਨਣਾ ਚਾਹੀਦਾ ਹੈ। ਸਾਨੂੰ ਟੈਕਨੋਲੋਜੀ ਡਿਵੈਲਪ ਕਰਨੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਗੰਦਾ ਪਾਣੀ ਸਿੱਟਣ ਤੋਂ ਰੋਕੀਏ। ਤੁਹਾਡਾ ਗੰਦਾ ਨਾਲਾ ਜਿਹੜਾ ਉਹ ਆਪਣੇ ਆਪ ਠੀਕ ਹੋ ਜੂ। ਲਾਸਟ ਗੱਲ ਮੈਂ ਇਰੀਗੇਸ਼ਨ ਦੀ ਕਰਦਾ। ਬਹੁਤ ਸਾਰੇ ਮੁਲਕਾਂ 'ਚ ਜਾਣ ਦਾ ਮੌਕਾ ਮਿਲਦਾ, ਜਦੋਂ ਇੰਗਲੈਂਡ ਜਾਂਦੇ ਆ, ਕੈਨੇਡਾ ਜਾਂਦੇ ਆ, ਉੱਥੇ ਜੋ ਇਰੀਗੇਸ਼ਨ ਹੁੰਦੀ ਹੈ ਉੱਥੇ ਮਿਨੀਮਮ ਵਾਟਰ ਵੇਸਟੇਜ ਹੁੰਦੀ ਹੈ। ਇਜ਼ਰਾਈਲ ਦੇ ਵਿੱਚ ਕੀ ਹੈ, ਉਹਨਾਂ ਦੀ ਖੇਤੀਯੋਗ ਭੂਮੀ ਨਹੀਂ ਹੈ। ਬਾਹਰ ਤੋਂ ਸ਼ਿਪ ਦੇ ਵਿੱਚ ਉਹ ਜ਼ਮੀਨ ਤੋਂ ਮਿੱਟੀ ਲੈ ਕੇ ਜਾਂਦੇ ਹੈ। ਬਹੁਤ ਵਧੀਆ ਅੰਗੂਰਾਂ ਦੀ ਉੱਥੇ ਖੇਤੀ ਹੁੰਦੀ ਹੈ। 3 ਫੁੱਟ ਦਾ ਜਿਹੜਾ ਟੋਆ ਪੱਟਦੇ ਆ, ਉਸ ਦੇ ਵਿੱਚ ਬਾਹਰਲੀ ਮਿੱਟੀ ਪਾ ਕੇ ਡ੍ਰਿਪ ਇਰੀਗੇਸ਼ਨ ਦਾ ਸਿਸਟਮ ਰੱਖਿਆ ਹੋਇਆ ਹੈ। ਬਾਕੀ ਧਰਤੀ 'ਤੇ ਪਾਣੀ ਵੇਸਟ ਨਹੀਂ ਕਰਦੇ, ਜਿੰਨੀ ਪਲਾਂਟ ਨੂੰ ਰਿਕੁਆਇਰਡ ਹੈ ਓਨਾ ਕਰਦੇ ਹੈ। ਸਾਡੇ ਖੇਤੀ ਦਾ ਮਾਡਲ ਡਿਫਰੈਂਟ ਹੈ, ਇਹ ਭਾਵੇਂ ਲਾਗੂ ਨਾ ਹੋਵੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਅਸੀਂ ਟੈਕਨੋਲੋਜੀ ਦੇ ਵਿੱਚ ਪੂਅਰ ਹੈ। ਉੱਥੇ ਡ੍ਰਿਪ ਇਰੀਗੇਸ਼ਨ ਕੀਤੀ ਜਾਂਦੀ ਹੈ 4-5 ਏਕੜ ਦੇ ਵਿੱਚ। ਉੱਥੇ ਗੋਲ ਸਰਕਲ ਦੇ ਵਿੱਚ ਇੱਕ ਚੈਨਲ ਬਣਾਇਆ ਜਾਂਦਾ ਹੈ ਜਿਹੜਾ ਆਪਣੇ ਆਪ ਚੱਲਦਾ ਹੈ ਔਰ ਪਾਣੀ ਦੇ ਵਿੱਚ ਉਹ ਉਸ ਨਾਲ ਸਿੰਜਾਈ ਕਰਦਾ ਹੈ। ਅਸੀਂ ਖੇਤ ਦੇ ਵਿੱਚ ਹਲੇ ਵੀ, ਜਿਹੜੀ ਮੇਰਾ ਖਿਆਲ ਹੈ 500 ਸਾਲ ਪੁਰਾਣਾ ਢੰਗ ਹੈ ਖੇਤੀ ਦਾ,
ਕਿ ਇੱਕ ਕਿਆਰੇ 'ਚ ਪਾਣੀ ਲਾਉਣਾ ਹੈ, ਅਖੀਰ ਤੱਕ ਜਾਊਗਾ, ਉਹਨੂੰ ਪੂਰਾ ਭਰਨਾ ਹੈ, ਫਿਰ ਦੂਸਰੇ 'ਚ ਛੱਡਣਾ ਹੈ। ਮੈਨੂੰ ਇਹ ਲੱਗਦਾ ਹੈ ਕਿ ਸਾਡੀਆਂ ਯੂਨੀਵਰਸਿਟੀਆਂ ਨੂੰ, ਸਾਡੇ ਰਿਸਰਚਰਸ ਨੂੰ ਇਸ ਗੱਲ 'ਤੇ ਕੰਮ ਕਰਨਾ ਚਾਹੀਦਾ ਹੈ ਕਿ ਅਸੀਂ ਰਿਸੋਰਸਿਸ ਨੂੰ ਮੈਨੇਜ ਕਰੀਏ। ਇਤਿਹਾਸ ਕਦੇ ਵੀ ਪੁੱਠਾ ਗੇੜਾ ਨਹੀਂ ਦਿੰਦਾ ਹੁੰਦਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਨਾ ਤਾਂ ਤੁਹਾਨੂੰ ਅੱਜ ਤੋਂ 20 ਸਾਲ ਪੁਰਾਣੇ, 50 ਸਾਲ ਜਾਂ 100 ਸਾਲ ਪੁਰਾਣੇ ਬੰਦੇ ਮਿਲਣਗੇ, ਨਾ ਹੀ ਅਸੀਂ ਪਿੱਛੇ ਨੂੰ ਮੁੜ ਸਕਦੇ ਹਾਂ, ਨਾ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਅੱਜ ਦੇ ਪੇਸ ਨਾਲ ਪੈਰ ਮਿਲਾ ਕੇ ਨਹੀਂ ਚੱਲਣਾ। ਅਸੀਂ ਕਿਸੇ ਵੀ ਤਰੀਕੇ ਨਾਲ ਨਾ ਅੱਜ ਮੋਬਾਈਲ ਛੱਡ ਸਕਦੇ ਹਾਂ, ਨਾ ਇੰਟਰਨੈਟ ਟੈਕਨੋਲੋਜੀ ਛੱਡ ਸਕਦੇ ਹਾਂ, ਨਾ ਹੀ ਅਸੀਂ ਅੱਜ ਦੀ ਸੁਸਾਇਟੀ ਦਾ ਪੇਸ ਛੱਡ ਸਕਦੇ ਹਾਂ। ਜੇ ਅਸੀਂ ਐਸਾ ਕਰਾਂਗੇ ਤਾਂ ਸਾਡੀ ਕੌਮ, ਸਾਡਾ ਦੇਸ਼, ਸਾਡਾ ਖਿੱਤਾ ਪਛੜ ਜੂਗਾ। ਸਾਨੂੰ ਟੈਕਨੋਲੋਜੀਕਲੀ ਐਡਵਾਂਸ ਅਤੇ ਡਿਵੈਲਪ ਹੋਣਾ ਪਊਗਾ, ਜਿਸ ਦੇ ਨਾਲ ਅਸੀਂ ਸਾਡੇ ਰਿਸੋਰਸਿਸ ਨੂੰ ਮੈਨੇਜ ਕਰੀਏ। ਅਸੀਂ ਸਾਡੀਆਂ ਯੂਨੀਵਰਸਿਟੀ ਇੰਸਟੀਟਿਊਸ਼ਨ ਨੂੰ ਉੱਧਰ ਨੂੰ ਲੈ ਕੇ ਜਾਈਏ ਜਿਹੜੀ ਐਜੂਕੇਸ਼ਨ ਅਤੇ ਕੁਆਲੀਫਿਕੇਸ਼ਨ ਦੀ ਪ੍ਰੈਕਟੀਕਲੀ ਸਾਡੀ ਸਟੇਟ ਨੂੰ ਲੋੜ ਹੈ। ਅਸੀਂ ਉਹ ਪੜ੍ਹਾ ਰਹੇ ਹਾਂ। ਅਸੀਂ ਕੀ ਕਰ ਰਹੇ ਹਾਂ, ਵੱਖ-ਵੱਖ ਥਾਵਾਂ ਤੋਂ ਜਾ ਕੇ ਬਹੁਤ ਵੱਡੀ ਇਲੈਕਟ੍ਰੋਨਿਕ ਦੀ ਦੁਕਾਨ ਤੋਂ ਸਮਾਨ ਲੈ ਕੇ ਆਉਣੇ ਆ, ਉਹਨਾਂ ਨੂੰ ਜੁਆਇੰਟ ਕਰਕੇ ਰੋਬੋ ਟੈਕਨੋਲੋਜੀ ਬਣਾ ਦਿੰਦੇ ਆ। ਕਿਹੜੇ ਖੇਤ ਦੇ ਵਿੱਚ ਰੋਬੋ ਟੈਕਨੋਲੋਜੀ ਤੁਹਾਡੇ ਕੰਮ ਆ ਰਹੀ ਹੈ? ਤੁਹਾਡੇ ਕਲਟੀਵੇਟਰ ਹੈ ਜਿਹੜੇ, ਉਹ ਤਾਂ 40 ਸਾਲ ਪੁਰਾਣੀ ਟੈਕਨੋਲੋਜੀ ਤੋਂ ਹੁਣ ਰੋਟਾਵੇਟਰ ਬਣੇ ਆ। ਸਾਡੇ ਕੋਲ ਕਿੰਨੇ ਕੁ ਰਿਸਰਚ ਸੈਂਟਰ ਹੈ ਜਿਹਦੇ 'ਚ ਅਸੀਂ ਐਗਰੀਕਲਚਰ ਅਪਲਾਇੰਸਿਸ 'ਤੇ ਰਿਸਰਚ ਕਰਦੇ ਹਾਂ ਕਿ ਮਿਨੀਮਮ ਫੋਰਸ ਦੇ ਨਾਲ ਮੈਕਸੀਮਮ ਯੀਲਡ ਹੋ ਸਕੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਸਾਨੂੰ ਈਕੋ ਫਰੈਂਡਲੀ, ਸਟੇਟ ਫਰੈਂਡਲੀ, ਇੰਪਲਾਇਮੈਂਟ ਫਰੈਂਡਲੀ, ਇਕਨੋਮੀ ਫਰੈਂਡਲੀ ਇਸ ਕਿਸਮ ਦੇ ਕੋਰਸ, ਇਸ ਕਿਸਮ ਦੇ ਰਿਸੋਰਸ, ਇਸ ਕਿਸਮ ਦੀ ਟੈਕਨੋਲੋਜੀ ਡਿਵੈਲਪ ਕਰਨੀ ਚਾਹੀਦੀ ਹੈ, ਜਿਹਦੇ ਨਾਲ ਸਟੇਟ ਕ੍ਰਾਈਸਿਸ ਤੋਂ ਬਚੇ ਅਤੇ ਇਤਿਹਾਸ ਪੁੱਠਾ ਗੇੜਾ ਨਹੀਂ ਦਿੰਦਾ। ਅਸੀਂ ਸਬਰ ਸੰਤੋਖ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀਏ, ਜਦੋਂ ਸਾਨੂੰ ਆਰਥਿਕ ਤੌਰ 'ਤੇ ਲਾਭ ਮਿਲਣ ਵਾਲੀਆਂ ਚੀਜ਼ਾਂ ਆਉਣਗੀਆਂ, ਉੱਥੇ ਸਾਡਾ ਸਬਰ ਸੰਤੋਖ ਬਹੁਤ ਵਾਰੀ ਕੰਪਰੋਮਾਈਜ਼ ਵੀ ਹੋ ਜਾਂਦਾ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਸਾਨੂੰ ਇਸ ਡਾਇਰੈਕਸ਼ਨ 'ਚ ਵੀ ਵਿਚਾਰ ਕਰਨੀ ਚਾਹੀਦੀ ਹੈ। ਇਹ ਮੇਰੇ ਵਿਚਾਰ ਹੈ, ਹੋ ਸਕਦਾ ਕਈਆਂ ਨਾਲੋਂ ਵੱਖਰੇ ਹੋਣ, ਪਰ ਮੈਂ ਇਸ ਮਸਲੇ ਬਾਰੇ ਇਵੇਂ ਸੋਚਦਾ। ਧੰਨਵਾਦ।